ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਔਰ ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ। ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਮੇਰੇ ਸਾਜਨ ਹਰ ਹਰ ਨਾਮ ਸਮਾਲ। ਸਾਧੂ ਸੰਗਤ ਮਨ ਵਸੈ। ਪੂਰਨ ਹੋਵੇ ਕਾਲ ਰਹਾਉ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 52 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਜੀ ਗੁਰੂ ਬਾਬਾ ਜੀ ਉਪਦੇਸ਼ ਦੇ ਰਹੇ ਨੇ, ਸਭ ਤੋਂ ਪਹਿਲਾਂ ਮਾਲਕ ਜੀ ਨੇ ਰੱਬ ਦੇ ਨਾਮ ਨੂੰ ਸੰਭਾਲਣ ਦਾ ਜ਼ਿਕਰ ਕੀਤਾ। ਹੇ ਮੇਰੇ ਸੱਜਣ, ਹੇ ਮੇਰੇ ਮਿੱਤਰ, ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ। ਨਾਮ ਨੂੰ ਸੰਭਾਲਣ ਤੋਂ ਭਾਵ ਨਾਮ ਨੂੰ ਚੇਤੇ ਕਰਨਾ। ਕਿ ਰੱਬ ਦੇ ਨਾਮ ਨੂੰ ਚੇਤੇ ਕਰ ਔਰ ਰੱਬ ਜੀ ਦਾ ਨਾਮ ਜਿਹੜਾ ਹੈ ਗੁਰੂ ਕੀ ਸੰਗਤ ਵਿੱਚ ਬੈਠਿਆਂ ਮਨ ਵਿੱਚ ਵਸ ਜਾਂਦਾ ਹੈ। ਔਰ ਗੁਰੂ ਕੀ ਸੰਗਤ ਵਿੱਚ ਬੈਠਿਆਂ ਜਦੋਂ ਮਨ ਵਿੱਚ ਨਾਮ ਵਸ ਜਾਏ ਤੇ ਸਾਹਿਬ ਕਹਿੰਦੇ ਵੀ ਕਾਲ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ। ਮਤਲਬ ਕਿ ਇਉਂ ਕਹਿ ਸਕਦੇ ਹਾਂ, ਕਾਲ ਕਮਾਈ, ਮਸ਼ੱਕਤ, ਮਿਹਨਤ, ਘਾਲਣਾ ਪੂਰੀ ਹੋ ਜਾਣਾ। ਜਦੋਂ
ਰੱਬ ਜੀ ਦੇ ਨਾਮ ਨੂੰ ਅਸੀਂ ਸੰਭਾਲਦੇ ਆ, ਗੁਰੂ ਕੀ ਸੰਗਤ ਵਿੱਚ ਬੈਠਦੇ ਆ, ਮਨ ਵਿੱਚ ਵਸ ਜਾਂਦਾ ਹੈ ਤੇ ਮਨ ਵਿੱਚ ਵਸਣ ਦੇ ਨਾਲ ਸਾਡੀ ਘਾਲਣਾ ਸਫਲ ਹੋ ਜਾਂਦੀ ਹੈ। ਜਿਵੇਂ ਆਪਾਂ ਕੋਈ ਵੀ ਕਾਰਜ ਕਰੀਏ ਤੇ ਕਿਸੇ ਵੀ ਕਾਰਜ ਨੂੰ ਕਰਨ ਲੱਗਿਆਂ ਅਸੀਂ ਆਪਣਾ ਇੱਕ ਮੋਟਿਵ, ਆਪਣੀ ਇੱਕ ਇੱਛਾ ਲੈ ਕੇ ਚੱਲਦੇ ਹਾਂ ਵੀ ਮੇਰਾ ਇਹ ਕਾਰਜ ਕਰਨ ਦਾ ਇਹ ਮਕਸਦ ਹੈ। ਔਰ ਜੇ ਤੇ ਉਸ ਕਾਰਜ ਨੂੰ ਕਰਦਿਆਂ ਹੋਇਆਂ ਸਾਡਾ ਮਕਸਦ ਪੂਰਾ ਹੋ ਜਾਏ, ਫਿਰ ਤੇ ਅਸੀਂ ਕਹਿੰਦੇ ਆ ਵੀ ਸਾਡੀ ਘਾਲਣਾ ਕੀਤੀ ਹੋਈ ਸਫਲ ਹੋ ਗਈ, ਕਿਉਂਕਿ ਮਕਸਦ ਪੂਰਾ ਹੋ ਗਿਆ। ਔਰ ਜੇ ਅਸੀਂ ਹੁਣ ਰੱਬ ਜੀ ਦੇ ਨਾਮ ਦੀ ਸੰਭਾਲ ਦਾ ਜ਼ਿਕਰ ਕਰੀਏ ਤੇ ਰੱਬ ਜੀ ਦੇ ਨਾਮ ਨੂੰ ਸੰਭਾਲਣਾ ਮਤਲਬ ਇਹਦੇ ਮਗਰ ਵੀ ਇੱਕ ਮੋਟਿਵ ਹੈ, ਇੱਕ ਮਕਸਦ ਹੈ। ਔਰ ਉਹ ਜਿਹੜਾ ਮਕਸਦ ਹੈ, ਉਹ ਮਕਸਦ ਹੈ ਵੀ ਸਾਡੀ ਘਾਲਣਾ ਸਫਲ ਹੋ ਜਾਏ ਤੇ ਮਨ ਵਿੱਚ ਵਸ ਜਾਏ, ਇਹ ਮੋਟਿਵ ਹੈ। ਜੇ ਤੇ ਜ਼ੁਬਾਨ ਕਰਕੇ ਜਪਣ ਦੀ ਗੱਲ ਕਰਾਂਗੇ, ਉਹ ਤੇ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਜਪਦੇ ਆ ਰਹੇ ਆ। ਰਸਨਾ ਕਰਕੇ ਰੱਬ ਜੀ ਦੇ ਨਾਮ ਨੂੰ, ਰੱਬ ਜੀ ਨੂੰ ਚੇਤੇ ਕਰਨ ਨੂੰ ਜੇ ਆਖਾਂਗੇ ਤੇ ਨਹੀਂ ਪਤਾ ਕਿੰਨੇ ਚਿਰ ਤੋਂ ਚੇਤੇ ਕਰਦੇ ਆ ਰਹੇ ਆ ਤੇ ਕਿੰਨੇ ਚਿਰ ਤੋਂ ਜਪਦੇ ਆ ਰਹੇ। ਜ਼ੁਬਾਨ ਕਰਕੇ ਤੇ ਜਪ ਹੀ ਰਹੇ ਆ, ਪਰ ਕੇਵਲ ਜ਼ੁਬਾਨ ਕਰਕੇ ਜਪਣਾ ਨਹੀਂ, ਉਹ ਜ਼ੁਬਾਨ ਕਰਕੇ ਜਪਦਿਆਂ ਇੱਕ ਮਕਸਦ ਹੈ ਕਿ ਮਨ ਵਿੱਚ ਵਸ ਜਾਏ। ਇੱਕ ਮਕਸਦ ਹੈ ਕਿ ਜੇ ਮੈਂ ਜ਼ੁਬਾਨ ਕਰਕੇ ਜਪ ਰਿਹਾ ਤੇ ਮੇਰੀ ਘਾਲਣਾ ਪੂਰੀ ਹੋਵੇ, ਮਨ ਵਿੱਚ ਵਸੇ ਤੇ ਮੇਰੀ ਘਾਲ ਸਫਲ ਹੋ ਜਾਏਗੀ। ਪਰ ਜੇ ਮਨ ਵਿੱਚ ਨਾ ਵਸੇ ਫਿਰ ਘਾਲ ਅਜਾਈ ਚਲੀ ਜਾਏਗੀ। ਕੋਈ ਵੀ ਕਾਰਜ ਹੈ, ਜੇ ਮਕਸਦ ਪੂਰਾ ਹੋ ਜਾਏ ਘਾਲਣਾ ਸਫਲ, ਜੇ ਨਾ ਪੂਰਾ ਹੋਵੇ ਘਾਲਣਾ ਅਜਾਈ ਚਲੀ ਗਈ। ਔਰ ਜਿਹਨੂੰ ਨਾ, ਜਦੋਂ ਆਪਾਂ ਸਤਿਗੁਰੂ ਜੀ ਕੀ ਬਾਣੀ ਪੜ੍ਹਦੇ ਆ ਤੇ ਮਾਲਕ ਪਾਤਸ਼ਾਹ ਜੀ ਬਾਣੀ 'ਚ ਇੱਕ ਜ਼ਿਕਰ ਕਰਦੇ ਆ, ਉਹਨਾਂ ਨੇ ਰੱਬ ਨਾਲ ਜੁੜਨ ਦੀ ਬਾਤ ਕੀਤੀ ਤੇ ਰੱਬ ਨਾਲ ਜੋੜਦਿਆਂ ਹੋਇਆਂ ਸਾਨੂੰ ਉੱਥੇ ਗੁਰੂ ਸਾਹਿਬ ਜੀ ਨੇ, ਭਗਤ ਜੀ ਨੇ ਜ਼ਿਕਰ ਕਰਦਿਆਂ ਰੱਬ ਜੀ ਦੇ ਚਿੰਤਨ ਦੀ ਗੱਲ ਕੀਤੀ, ਰੱਬ ਜੀ ਦੀ ਪੂਜਾ ਦੀ ਗੱਲ ਕੀਤੀ, ਔਰ ਨਾਲ ਇਹ ਆਖਿਆ ਵੀ ਪੱਥਰ ਦੀ ਪੂਜਾ ਤੋਂ ਆਪਣੇ ਆਪ ਨੂੰ ਵਰਜ ਕੇ ਰੱਖ। ਔਰ ਉੱਥੇ ਜ਼ਿਕਰ ਕੀਤਾ, ਕਹਿੰਦੇ ਵੀ ਜਿਹੜੇ ਪੱਥਰ ਦੇ ਮੂਰਤੀ ਦੇ ਪੈਰਾਂ ਵਿੱਚ ਪੈਂਦੇ ਨੇ ਉਹਨਾਂ ਦੀ ਘਾਲ ਅਜਾਈ ਚਲੀ ਜਾਂਦੀ ਹੈ। ਜਦੋਂ ਰੱਬ ਜੀ ਦੇ ਚਿੰਤਨ ਦੀ ਗੱਲ ਕਰਾਂਗੇ ਤੇ ਖਿਆਲ ਰੱਖੀਏ, ਕੇਵਲ ਇਹ ਨਹੀਂ ਵੀ ਇੱਕ ਸਿੱਖ ਹੈ ਤੇ ਉਹ ਇਸ ਗੱਲ ਤੋਂ ਆਪਣੇ ਆਪ ਨੂੰ ਰੋਕ ਕੇ ਰੱਖੇ। ਜਦੋਂ ਆਪਾਂ ਭਾਰਤ ਦਾ ਇਤਿਹਾਸ ਪੜ੍ਹਦੇ ਆ ਨਾ, ਤੇ ਭਾਰਤ ਦਾ ਇਤਿਹਾਸ ਪੜ੍ਹਦੇ ਆ, ਇੱਕ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਭਾਰਤ ਦੇ ਜਿਹੜੇ ਵਾਸੀ ਨੇ ਉਹ ਆਰੇ ਮਤਲਬ ਦ੍ਰਾਵਿੜ ਲੋਕ ਨੇ, ਉਹਨਾਂ ਦੇ ਉੱਤੇ ਆ ਕੇ ਆਰਿਆ ਸਮਾਜੀਆਂ ਨੇ ਕਬਜ਼ਾ ਕੀਤਾ, ਭਾਰਤ ਤੇ ਕਬਜ਼ਾ ਕਰ ਲਿਆ। ਔਰ ਜਦੋਂ ਆਰਿਆ ਸਮਾਜੀਆਂ ਨੂੰ ਪੜਾਂਗੇ ਤੇ ਉਹ ਸਾਰੇ ਸਨਾਤਨ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ ਸਾਰੇ ਹੀ। ਔਰ ਉਹ ਸਨਾਤਨ ਧਰਮ ਨਾਲ ਜਿਹੜੇ ਸੰਬੰਧ ਰੱਖਣ ਵਾਲੇ ਨੇ, ਉਹਨਾਂ ਦੇ ਵਿੱਚੋਂ ਇੱਕ ਵੀ ਐਸਾ ਨਹੀਂ ਹੈ ਜਿਹੜਾ ਮੂਰਤੀ ਪੁਜਾਰੀ ਹੈ। ਉਹ ਤੇ ਸਮਾਂ ਪਾ ਕੇ ਹੌਲੀ ਹੌਲੀ ਆਰਿਆ ਸਮਾਜੀਆਂ ਦੇ ਦੋ ਫਿਰਕੇ ਬਣਦੇ ਗਏ, ਇੱਕ ਮੂਰਤੀ ਪੂਜਕ ਤੇ ਇੱਕ ਮੂਰਤੀ ਪੂਜਾ ਤੋਂ ਪਾਸੇ ਰਹਿਣ ਵਾਲਾ। ਅਗਾਂਹ ਜਾ ਕੇ ਦੋ ਫਿਰਕੇ ਬਣ ਗਏ। ਹੁਣ ਅੱਜ ਤੇ ਭਰਮਾਰ ਕਹਿ ਸਕਦੇ ਆ ਨਾ ਵੀ ਕੇਵਲ ਉਹਨਾਂ ਦੀ ਹੈ ਵੀ ਜਿਹੜੇ ਮੂਰਤੀ ਪੂਜਕ ਬਣ ਕੇ ਤੇ ਆਪਣਾ ਜੀਵਨ ਬਤੀਤ ਕਰ ਰਹੇ। ਤੇ ਜਦੋਂ
इस्लाम धर्म की गल करते हैं वह भी इस तो इनकारी ने, वह भी मूर्ति पूजक नहीं। धर्म कोई भी इस गल की प्रवानगी नहीं दे रहा, पर वो वखरी बात है कि अज दे समय विच असीं जिहड़ा है इस बात नूं भुल चुके हैं जां विसार चुके हैं, या साडी मत उत्ते प्रभाव ही इदां दा पा दिता गया है भी असीं उत्थे तक सीमित हो चुके हैं। जद कि सानू जदों भी धर्म ने जोड़िया उदों ज्ञान नाल जोड़िया, धर्म ने जदों भी सानू जोड़िया उदों अकाल पुरख परमेश्वर नाल जोड़िया, धर्म ने जदों भी जोड़िया सानू निराकार नाल जोड़िया, धर्म ने जदों भी जोड़िया सानू ते उस परमेश्वर दे नाल जोड़िया। पर असीं धर्म दी उस सिੱਖਿਆ तो मुनकर हो के ते एक आकार नाल जुड़ के बैठ गए। और सतगुरु जी ने अज निराकार नाल जोड़दियां फिर सानू आखिया भी रब दे नाम दी संभाल कर, रब जी नू चेते कर। और रब जी नू चेते करदियां ख्याल रखी गुरु की संगत नू किते भुल ना जाई, क्योंकि जदों रब जी दे नाम ने मन विच वसना, रब जी दी याद ने हिरदे विच वसना ते ओ गुरु की संगत सदका वसेगा। और गुरु की संगत करदियां जदों मन विच वस गया, फिर सजना तेरी जिन्नी घाली हुई घालना है ना, वो सारी घालना, वो मकसद तेरा सफल हो जाएगा, तेनू तेरा मोटिव मिल जाएगा। जिस करके तू आराध रियास है वो मकसद मिल जाएगा। जिमें आपां जे संसारक नज़रिए नाल वेखीए ते बंदा ना रब नू चेते करदा कोई इच्छा रख के भी रब जी मैं तेनू चेते करांगा, मैं इन्ने दिन बाणी पढ़ांगा, इन्ने दिन मैं तेरे कोल आवांगा, इन्ने दिन मैं तेरे दर ते आके नमस्कार करांगा, इन्नी भेटा मैं तेरे अगे आके रखांगा, मेरा आ कारज बन जाए। या मैं भेटा रख के कहना भी रब जी आ भेटा तुहाडे अगे रखती, हुण मेरा कारज सफल हो जाए। सेवा करदे आखदा भी मैं सेवा रब जी कर रहा ते कृपा करो मेरा आ कारज बन जाए। इस तरीके दे नाल असीं धर्म दी दुनिया च विचरदे हां ते जे साडा सेवा करदे हां या भेटा रखण तो बाद विच साडी इच्छा पूरी हो जाए ते असीं सहज सुभा कही दिंदे भी साडी घालना सफल हो गई। मैं जिहड़ी इच्छा रखी सी ओ सफल हो गई, मैं जिहड़ी भावना रखी सी ओ सफल हो गई, मैं जिहड़ी सेवा कर रहा सा ना वो मेरी सेवा कीती हुई सफल हो गई, क्योंकि मेरी इच्छा पूरी हो गई। तो जे इच्छा ना पूरी होवे फिर की आखांगे? फिर तो यही कहांगे ना भी रब ने सुनी नहीं, मेरी सेवा भी सफल नहीं हुई, मैनू सेवा करने का की लाभ होया जो मेरी इच्छा ही पूरी नहीं हुई। ये मनुख दी संसारक बिरती है जिहड़ी संसारक तल ते जिउंदा होया ये जिस बिरती दा मालक है। जे ते कारज बन जाए फिर कहंदा सफल हो गई सेवा, ते जे कारज ना बरे कहंदा भी मेरी ते सेवा भी सफल नहीं हुई। ये हो सकता है जदों सतगुरु जी की बाणी पढ़ते हैं तो मालिक जी बाणी च जिक्र करते हैं, आखदे एक तिल नहीं भन्नै कल है, तेरी सेवा किवें असफल हो जाएगी? वो ते घालना किसे दी एक तिल जिन्नी भी नहीं भन्नदा, एक तिल जिन्नी घालना भी अजाई नहीं जान दिंदा, तेरी सेवा असफल किवें हो जाएगी? यह भी हो सकता है कि जिहड़ी तू इच्छा रख के बैठा है वो इच्छा उन्होंने नहीं पाई, उन्होंने चंगी नहीं लगी, या जिहड़ी भावना तू रख के बैठा है वो तेरे लिए नुकसानदेह सी, इस करके उन्हें नहीं पूरी की। पर यह नहीं आपां आख सकते भी मेरी सेवा असफल हो गई या मैनू सेवा कीती दा कोई लाभ नहीं है। मालक कहंदे जदों गुरु के संग विच बैठेगा ना ते ए गुरु के संग विच बैठदियां अपने मन अंदर ये बात पक्कियां करके बैठी कि इत्थे बह के भी मैं जिहड़ी घालना घालांगा ना वो मेरी असफल नहीं होण दिंदा, अजाई नहीं जाण देगा।
ਇੱਥੇ ਬੈਠ ਕੇ ਵੀ ਜੇ ਮੈਂ ਘਾਲਣਾ ਘਾਲੀ ਹੈ ਜਾਂ ਆਰਾਧਨਾ ਕੀਤੀ ਹੈ ਜਾਂ ਉਹਦਾ ਚਿੰਤਨ ਕੀਤਾ ਹੈ ਜਾਂ ਉਹਦੀ ਬਾਣੀ ਪੜ੍ਹੀ ਹੈ, ਜੇ ਮੈਂ ਗੁਰੂ ਕੇ ਸੰਗ ਵਿੱਚ ਬੈਠ ਕੇ ਕੋਈ ਘਾਲਣਾ ਘਾਲੀ ਹੈ ਤੇ ਉਹ ਮੇਰੀ ਅਜਾਈ ਜਾਣ ਨਹੀਂ ਦੇਗਾ। ਮੇਰੀ ਘਾਲੀ ਹੋਈ ਘਾਲਣਾ ਜ਼ਰੂਰ ਸਫਲ ਹੋਏਗੀ। ਤੇ ਸਾਹਿਬ ਕਹਿੰਦੇ ਇਸ ਲਈ ਸੱਜਣਾ ਤੂੰ ਇਉਂ ਕਰਿਆ ਕਰ ਮੇਰੇ ਸਾਜਨ, ਹਰ ਹਰ ਨਾਮ ਸੰਭਾਲ, ਰੱਬ ਦੇ ਨਾਮ ਦੀ ਸੰਭਾਲ ਕਰ। ਜਦੋਂ ਰੱਬ ਦੇ ਨਾਮ ਨੂੰ ਸੰਭਾਲੇਗਾ ਤੇ ਸਾਧੂ ਕੀ ਸੰਗਤ ਤੋਂ ਕਦੇ ਮੁਖ ਨਾ ਮੋੜੀ, ਗੁਰੂ ਕੇ ਸੰਗ ਤੋਂ ਕਦੇ ਮੁਖ ਨਾ ਮੋੜੀ। ਜਦੋਂ ਗੁਰੂ ਕੇ ਸੰਗ ਵਿੱਚ ਬੈਠੇਗਾ ਫਿਰ ਮਨ ਵਸੈ, ਉਹ ਪਰਮਾਤਮਾ ਮਨ ਵਿੱਚ ਵਸ ਜਾਂਦਾ ਹੈ, ਪੂਰਨ ਹੋਵੇ ਕਾਲ, ਫਿਰ ਤੇਰੀ ਘਾਲੀ ਹੋਈ ਘਾਲਣਾ ਸਫਲ ਹੋ ਜਾਂਦੀ ਹੈ। ਗੁਰ ਪਰਮੇਸ਼ਰ ਪੂਜੀਐ, ਮਨ ਤਨ ਲਾਏ ਪਿਆਰ। ਸਤਿਗੁਰ ਦਾਤਾ ਜੀ ਕਾ, ਸਬਸੈ ਦੇ ਆਧਾਰ। ਸਤਿਗੁਰ ਬਚਨ ਕਮਾਵਣੇ, ਸੱਚਾ ਇਹ ਵਿਚਾਰ। ਬਿਨ ਸਾਧੂ ਸੰਗਤ ਰਤਿਆ, ਮਾਇਆ ਮੋਹ ਸਭ ਛਾਰ। ਗੁਰ ਪਰਮੇਸ਼ਰ ਪੂਜੀਐ। ਵੇਖੋ ਜਦੋਂ ਸ਼ਬਦ ਦੇ ਦਰਸ਼ਨ ਕਰੋਗੇ ਨਾ, ਗੁਰ ਦੇ ਰਾਰੇ ਨੂੰ ਵੀ ਔਂਕੜ ਤੇ ਪਰਮੇਸ਼ਵਰ ਦੇ ਰਾਰੇ ਨੂੰ ਵੀ ਔਂਕੜ ਹੈ। ਹੁਣ ਅਸੀਂ ਵੱਖਰੇ ਨਹੀਂ ਕਰ ਸਕਦੇ, ਮਤਲਬ ਇੱਕ ਸਵਰੂਪ, ਦੋਨਾਂ ਦਾ ਆਪਸੀ ਸੰਬੰਧ ਹੈ। ਗੁਰ ਦਾ ਔਰ ਇਹ ਸ਼ਬਦਾਂ ਦਾ ਵੀ ਆਪਸੀ ਸੰਬੰਧ ਹੈ। ਇੱਥੇ ਰਾਰੇ ਨੂੰ ਲੱਗੇ ਔਂਕੜ ਇਸ ਗੱਲ ਦੇ ਪ੍ਰਤੀਕ ਨੇ। ਗੁਰ ਪਰਮੇਸ਼ਰ ਪੂਜੀ ਹੈ। ਜਦੋਂ ਬਾਣੀ ਪੜਾਂਗੇ ਤੇ ਸਤਿਗੁਰੂ ਜੀ ਆਖਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਗੀ ਕੋਏ ਨਾ ਮੇਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਵੱਖਰਾ ਨਹੀਂ। ਗੁਰੂ ਨੂੰ ਆਰਾਧਨਾ ਮਤਲਬ ਰੱਬ ਜੀ ਦੀ ਆਰਾਧਨਾ, ਰੱਬ ਜੀ ਨੂੰ ਚੇਤੇ ਕਰਨਾ ਮਤਲਬ ਗੁਰੂ ਦੀ ਆਰਾਧਨਾ ਕਰਨੀ, ਗੁਰੂ ਨੂੰ ਚੇਤੇ ਕਰਨਾ। ਸਤਿਗੁਰੂ ਆਖਦੇ ਮਨ ਔਰ ਤਨ ਵਿੱਚ ਲਾਏ ਪਿਆਰ, ਪ੍ਰੇਮ ਲਾ ਕੇ ਕੀ ਕਰ ਗੁਰ ਪਰਮੇਸ਼ਰ ਪੂਜੀਐ। ਕਿਉਂਕਿ ਮਨ ਔਰ ਤਨ ਦੇ ਨੰਨੇ ਨੂੰ ਸਿਹਾਰੀ, ਮਨ ਔਰ ਤਨ ਵਿੱਚ ਲਾਏ ਪਿਆਰ, ਪਿਆਰ ਲਾ ਕੇ ਗੁਰ ਪਰਮੇਸ਼ਰ ਪੂਜੀਐ। ਮਤਲਬ ਮਨ ਵਿੱਚ ਪ੍ਰੇਮ ਰੱਖ, ਤਨ ਵਿੱਚ ਪ੍ਰੇਮ ਰੱਖ, ਪ੍ਰੇਮ ਰੱਖ ਕੇ ਪੂਜਾ ਕਰੀ, ਤਾਂ ਹੀ ਤੇਰੀ ਕੀਤੀ ਹੋਈ ਪੂਜਾ, ਤੇਰਾ ਕੀਤਾ ਹੋਇਆ ਚੇਤਾ, ਤੇਰਾ ਕੀਤਾ ਹੋਇਆ ਚਿੰਤਨ ਸਫਲ ਹੋਏਗਾ ਜੇ ਮਨ ਤੇ ਤਨ ਵਿੱਚ ਪ੍ਰੇਮ ਹੋਏਗਾ। ਜੇ ਮਨ ਔਰ ਤਨ ਵਿੱਚ ਪ੍ਰੇਮ ਨਹੀਂ ਤੇ ਸੱਜਣਾ, ਸਤਿਗੁਰੂ ਜੀ ਦੀ ਬਾਣੀ ਇੱਕ ਬੜਾ ਪਿਆਰਾ ਉਪਦੇਸ਼ ਦਿੰਦੇ ਨੇ। ਮਾਲਕ ਕਹਿੰਦੇ ਭਾਈ ਜੇ ਕੋਈ ਅਨੇਕਾਂ ਤਰੀਕਿਆਂ ਤੇ ਅਨੇਕਾਂ ਯਤਨਾਂ ਦੇ ਨਾਲ ਰੱਬ ਜੀ ਦੀ ਬੰਦਗੀ ਕਰ ਰਿਹਾ ਹੈ, ਰੱਬ ਜੀ ਨੂੰ ਚੇਤੇ ਕਰ ਰਿਹਾ ਹੈ, ਪਰ ਉਹਦੇ ਹਿਰਦੇ ਦੇ ਅੰਦਰ ਪ੍ਰੇਮ ਨਹੀਂ, ਹਿਰਦੇ ਵਿੱਚ ਪਿਆਰ ਨਹੀਂ, ਤੇ ਸਤਿਗੁਰੂ ਆਖਦੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਜਿਹਨੂੰ ਬਾਬਾ ਫਰੀਦ ਜੀ ਨੇ ਜਦੋਂ ਆਖਿਆ ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ, ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ। ਮਨ ਤਨ ਲਾਏ ਪਿਆਰ। ਸਤਿਗੁਰ ਦਾਤਾ ਜੀ ਕਾ ਗੁਰੂ ਆਤਮਿਕ ਜ਼ਿੰਦਗੀ ਦੇਣ ਵਾਲਾ ਹੈ। ਦਾਤਾ ਮਤਲਬ ਦੇਣ ਵਾਲਾ, ਜੀ ਕਾ
ਜ਼ਿੰਦਗੀ ਦੇਣ ਵਾਲਾ, ਆਤਮਿਕ ਜ਼ਿੰਦਗੀ ਦੇਣ ਵਾਲਾ, ਸਭ ਸੈ ਦੇ ਆਧਾਰ, ਸਾਰਿਆਂ ਨੂੰ ਆਸਰਾ ਦਿੰਦਾ ਹੈ। ਉਹ ਕੋਈ ਐਸੀ ਸ਼ਖਸੀਅਤ ਨਹੀਂ ਜਿਹਨੂੰ ਗੁਰੂ ਆਧਾਰ ਨਾ ਦੇਵੇ। ਸਾਡੀ ਮੂਰਖਤਾ ਹੀ ਹੋ ਸਕਦੀ ਹੈ ਕਿ ਅਸੀਂ ਆਸਰਾ ਲੈਣ ਤੋਂ ਇਨਕਾਰੀ ਹੋ ਜਾਈਏ। ਉਹ ਤੇ ਆਧਾਰ ਦਿੰਦਾ ਹੈ। ਉਹ ਗੁਰੂ ਤੇ ਆਸਰਾ ਦੇ ਰਹੇ ਨੇ। ਸਾਡੀ ਮੂਰਖਤਾ ਹੀ ਹੈ ਅਸੀਂ ਆਸਰਾ ਲੈਣ ਤੋਂ ਮੁਨਕਰ ਹੋ ਜਾਈਏ। ਮੰਨ ਲਓ ਕੋਈ ਆ ਕੇ ਗੁਰੂ ਕੋਲੋਂ ਆਸਰਾ ਮੰਗੇ ਤੇ ਕੀ ਗੁਰੂ ਇਨਕਾਰੀ ਹੋ ਜਾਣਗੇ ਵੀ ਜਾ ਭਾਈ ਮੁੜ ਜਾ, ਮੈਂ ਨਹੀਂ ਆਸਰਾ ਦੇਣਾ? ਮੁਨਕਰ ਕੌਣ ਹੁੰਦਾ ਹੈ? ਗੁਰੂ ਕੋਲੋਂ ਆਸਰਾ ਮੰਗੇ ਆ ਕੇ ਕੋਈ ਗੁਰੂ ਤੇ ਕਹਿੰਦਾ ਹੈ ਵੀ ਲੈ ਸੱਜਣਾ ਮੈਂ ਤੇਰਾ ਸਹਾਰਾ ਬਣਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਮਨਾ ਕੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਆ, ਚੇਤੇ ਕਰਦੇ ਆ ਆਏ ਆ ਪਿਛਲੇ ਦਿਨੀ। ਜਿਹੜੇ ਚੱਲ ਕੇ ਆਏ ਨੇ ਉਹਨਾਂ ਦਾ ਗੁਰੂ ਨਾਲ ਸੰਬੰਧ ਕੀ ਹੈ? ਕੀ ਸੰਬੰਧ ਹੈ? ਉਹਨਾਂ ਦੀ ਤੇ ਵਿਚਾਰਕ ਮਤਭੇਦ ਹੈ ਗੁਰੂ ਨਾਲ। ਵਿਚਾਰਕ ਮਤਭੇਦ ਹੀ ਹੈ ਨਾ। ਉਹ ਕਹਿੰਦੇ ਨੇ ਅਸੀਂ ਤਿਲਕ ਤੇ ਜੰਜੂ ਪਾਉਣਾ ਹੈ, ਤੇ ਗੁਰੂ ਨਾਨਕ ਦਾ ਘਰ ਕਹਿੰਦਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ। ਮਤਭੇਦ ਤੇ ਪਹਿਲੇ ਸਮੇਂ ਤੋਂ ਹੀ ਬਾਬੇ ਨਾਨਕ ਦੇ ਵੇਲੇ ਤੋਂ ਹੀ ਚੱਲਣ ਲੱਗ ਪਿਆ। ਕੀ ਸੰਬੰਧ ਹੋਇਆ ਉਹਨਾਂ ਦਾ? ਨਾ ਤੇ ਕੋਈ ਵਿਚਾਰਕ ਸਾਂਝ ਹੈ, ਨਾ ਹੀ ਕੋਈ ਸਰੀਰਕ ਤੌਰ ਉੱਤੇ ਸਾਂਝ ਹੈ। ਸਾਂਝ ਤੇ ਕੋਈ ਵੀ ਨਹੀਂ। ਬਸ ਇੰਨੀ ਸਾਂਝ ਹੈ, ਉਹ ਫਰਿਆਦੀ ਬਣ ਕੇ ਫਰਿਆਦ ਲੈ ਕੇ ਆਏ। ਗੁਰੂ ਤੇਗ ਬਹਾਦਰ ਸਾਹਿਬ ਫਰਿਆਦ ਸੁਣਨ ਵਾਲੇ ਨੇ। ਬਸ ਇਹੀ ਸਾਂਝ ਹੈ, ਹੋਰ ਤੇ ਕੋਈ ਸਾਂਝ ਨਹੀਂ ਹੈ। ਜੇ ਸਾਂਝ ਹੁੰਦੀ ਫਿਰ ਗੁਰੂ ਨਾਨਕ ਸਾਹਿਬ ਹੀ ਇਨਕਾਰੀ ਕਿਉਂ ਹੁੰਦੇ ਵੀ ਭਾਈ ਪੰਡਤ ਹਰਦਿਆਲ ਜੀ ਆਪਾਂ ਨਹੀਂ ਇਹ ਜਨੇਊ ਪਾਉਣਾ? ਜੇ ਸਾਂਝ ਹੁੰਦੀ ਗੁਰੂ ਨਾਨਕ ਸਾਹਿਬ ਉਦੋਂ ਹੀ ਕਹਿ ਦਿੰਦੇ ਵੀ ਲਿਆਓ ਪੰਡਤ ਜੀ ਅਸੀਂ ਵੀ ਪਾ ਲਈਏ। ਪਰ ਸਾਂਝ ਜਿਸ ਨੂੰ ਪਹਿਲੇ ਜਾਮੇ ਵਿੱਚ ਪਾਉਣ ਤੋਂ ਇਨਕਾਰੀ ਨੇ, ਨਵੇਂ ਜਾਮੇ ਵਿੱਚ ਆ ਕੇ ਉਸੇ ਲਈ ਸ਼ਹੀਦੀ ਦੇਣ ਲੱਗੇ ਨੇ। ਕਾਰਨ ਕੀ ਹੈ? ਪਹਿਲੇ ਜਾਮੇ ਵਿੱਚ ਜ਼ਬਰੀ ਪਾਇਆ ਗਿਆ। ਬਾਪੂ ਕਹਿੰਦਾ ਵੀ ਨਹੀਂ, ਜ਼ਬਰੀ ਨਹੀਂ ਅਸੀਂ ਪਾਉਣਾ। ਹੁਣ ਪਾਇਆ ਤੇ ਨਹੀਂ, ਤੇ ਗੁਰੂ ਨਾਨਕ ਨੇ ਇਹ ਥੋੜੀ ਕਿਹਾ ਸੀ ਵੀ ਜਿਨ੍ਹਾਂ ਨੇ ਪਾਇਆ ਉਹ ਵੀ ਲਾ ਦੋ। ਜੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਆਪ ਧਾਰਨ ਕਰਨ ਤੋਂ ਇਨਕਾਰੀ ਹੋਏ ਨੇ, ਬਾਬੇ ਨਾਨਕ ਨੇ ਇਹ ਥੋੜੀ ਆਖਿਆ ਸੀ ਵੀ ਜਿਨ੍ਹਾਂ ਨੇ ਪਾਇਆ ਉਹ ਵੀ ਲਾ ਦਿਓ। ਸਗੋਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਜੇ ਧਾਰਨ ਕੀਤਾ ਹੈ ਆਪਣੇ ਜੀਵਨ ਨੂੰ ਵੀ ਉੱਚਿਆਂ ਤੇ ਸੁੱਚਿਆਂ ਬਣਾਓ। ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਕੌਣ ਆਏ ਨੇ? ਜਿਨ੍ਹਾਂ ਨੇ ਧਾਰਨ ਕੀਤਾ ਹੋਇਆ ਹੈ। ਔਰ ਹੋ ਸਕਦਾ ਉਹਨਾਂ ਨੇ ਆ ਕੇ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਵੀ ਆਖਿਆ ਹੋਵੇ ਵੀ ਮਾਲਕ ਜੀ ਗੁਰੂ ਨਾਨਕ ਸਾਹਿਬ ਨੇ ਆਪ ਤੇ ਨਹੀਂ ਸੀ ਧਾਰਨ ਕੀਤਾ, ਪਰ ਉਹਨਾਂ ਨੇ ਜਿਨ੍ਹਾਂ ਨੇ ਧਾਰਨ ਕੀਤਾ ਸੀ ਨਾ ਉਹਨਾਂ ਨੂੰ ਇਹ ਨਹੀਂ ਸੀ ਆਖਿਆ ਵੀ ਤੁਸੀਂ ਉਤਾਰ ਦਿਓ। ਹੁਣ ਸਾਡੀ ਰਖਵਾਲੀ ਤੁਸੀਂ ਕਰਨੀ ਹੈ। ਸਾਡਾ ਆਧਾਰ ਤੁਸੀਂ ਹੋ, ਸਾਡਾ ਆਸਰਾ ਤੁਸੀਂ ਹੋ। ਤੇ ਜਿਨ੍ਹਾਂ ਆ ਕੇ ਫਰਿਆਦ ਕੀਤੀ, ਕੀ ਗੁਰੂ ਤੇਗ ਬਹਾਦਰ ਸਾਹਿਬ ਇਨਕਾਰੀ ਹੋਏ? ਸਗੋਂ ਇਨਕਾਰੀ ਹੋਣ ਦੀ ਬਜਾਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਹਾਰਾ ਦੇ ਕੇ ਆਖਦੇ ਨੇ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਗੁਰੂ ਤੇਗ ਬਹਾਦਰ ਹੈ। ਜੇ ਉਹ ਆਪਣਾ ਧਰਮ ਤਬਦੀਲ ਕਰ ਲੈਣਗੇ ਸਾਨੂੰ
ਜ਼ਬਰੀ ਧਰਮ ਤਬਦੀਲ ਨਹੀਂ ਕਰਵਾਉਣਾ ਪਏਗਾ, ਅਸੀਂ ਆਪੇ ਹੀ ਧਰਮ ਤਬਦੀਲ ਕਰ ਜਾਵਾਂਗੇ। ਹੁਣ ਜੇ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਦਰ ਆਇਆਂ ਨੂੰ ਕਹਿ ਦਿੰਦੇ ਵੀ ਜਾਓ ਭਾਈ, ਜਿੱਧਰੋਂ ਆਏ ਉਧਰ ਨੂੰ ਮੁੜ ਜਾਓ, ਅਸੀਂ ਤੁਹਾਡਾ ਸਹਾਰਾ ਨਹੀਂ ਬਣਨਾ, ਅਸੀਂ ਤੁਹਾਡੀ ਸਹਾਇਤਾ ਨਹੀਂ ਕਰਨੀ, ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਕੀ ਵਿਗਾੜ ਲੈਂਦੇ? ਕੀ ਵਿਗਾੜ ਲੈਂਦੇ ਉਹ? ਜੇ ਸਤਿਗੁਰੂ ਜੀ ਇਨਕਾਰੀ ਹੋ ਜਾਂਦੇ ਕੀ ਵਿਗੜ ਜਾਣਾ ਸੀ? ਔਰੰਗਜ਼ੇਬ ਇਸਲਾਮ ਤੇ ਜ਼ਬਰੀ ਉਹਨਾਂ ਨੇ ਧਾਰਨ ਕਰਵਾ ਰਿਹਾ ਨਾ। ਔਰ ਔਰੰਗਜ਼ੇਬ ਨੇ ਤੇ ਇੱਥੋਂ ਤੱਕ ਵੀ ਆਖਿਆ ਸੀ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਦੀ ਬਾਂਹ ਛੱਡ ਦਿਓ, ਇਹਨਾਂ ਨੂੰ ਜਿਹੜਾ ਸਹਾਰਾ ਦਿੱਤਾ ਨਾ ਉਹ ਸਹਾਰਾ ਆਪ ਜੀ ਛੱਡ ਦਿਓ, ਇਹਨਾਂ ਨਾਲ ਮੈਨੂੰ ਨਿਪਟ ਲੈਣ ਦਿਓ। ਜਿਹਨੂੰ ਜ਼ਿਕਰ ਕਰਦੇ ਆਖਿਆ ਨਾ, ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋਡੀ ਹੈ ਬਾਹ, ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹ ਨਾ ਛੋਡੀ ਹੈ। ਉਹਨਾਂ ਨੇ ਤੇ ਕਿਹਾ ਵੀ ਛੱਡ ਦੋ, ਵੀ ਤੁਹਾਡੇ ਨਾਲ ਸਾਡਾ ਕੋਈ ਵੀ ਵੈਰ ਨਹੀਂ, ਤੁਸੀਂ ਇਹਨਾਂ ਨੂੰ ਸਹਾਰਾ ਨਾ ਦਿਓ। ਮਾਲਕ ਜੀ ਦੇ ਪਾਵਨ ਬਚਨ, ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ। ਜਿਹੜਾ ਵੀ ਆ ਕੇ ਆਸਰਾ ਮੰਗ ਲਏਗਾ, ਗੁਰੂ ਇਨਕਾਰੀ ਨਹੀਂ ਹੁੰਦਾ, ਸਹਾਰਾ ਜਿੱਦਾਂ ਦਾ ਮਰਜ਼ੀ ਮੰਗ ਲਓ। ਸਰੀਰਕ ਤੌਰ ਤੇ ਆਸਰਾ ਚਾਹੀਦਾ, ਗੁਰੂ ਤਾਂ ਨਾਲ ਖੜੋਤੇ। ਜੀ ਤੌਰ ਤੇ ਆਸਰਾ ਚਾਹੀਦਾ, ਗੁਰੂ ਤਾਂ ਨਾਲ ਖੜੋਤੇ ਨੇ। ਜਿਸ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੈ, ਗੁਰੂ ਉਦਾਂ ਦੀ ਹੀ ਸਹਾਇਤਾ ਕਰਨ ਨੂੰ ਤਿਆਰ ਹੈ। ਪਰ ਜੇ ਅਸੀਂ ਉਹੀ ਮੁਨਕਰ ਹੋ ਜਾਈਏ ਵੀ ਨਹੀਂ, ਸਾਨੂੰ ਨਹੀਂ ਚਾਹੀਦੀ ਸਹਾਇਤਾ, ਸਾਨੂੰ ਨਹੀਂ ਸਹਾਰੇ ਦੀ ਲੋੜ, ਸਾਨੂੰ ਆਸਰੇ ਦੀ ਲੋੜ ਨਹੀਂ ਹੈ। ਮਾਲਕ ਤੇ ਆਸਰਾ ਦਿੰਦੇ ਨੇ, ਗੁਰੂ ਤੇ ਆਸਰਾ ਦਿੰਦਾ ਹੈ, ਗੁਰੂ ਤੇ ਸਹਾਰਾ ਦਿੰਦਾ ਹੈ, ਪਰ ਅਸੀਂ ਹੀ ਸਹਾਰਾ ਲੈਣ ਤੋਂ ਮੁਨਕਰ ਹੋ ਜਾਈਦਾ। ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਸਤਿਗੁਰ ਦਾਤਾ ਜੀ ਕਾ, ਅਧਿਆਤਮਿਕ ਜੀਵਨ ਦੇਣ ਵਾਲੇ ਨੇ ਗੁਰੂ ਜੀ, ਔਰ ਆਧਾਰ ਆਸਰਾ ਦੇਣ ਵਾਲੇ ਹਨ। ਔਰ ਫਿਰ ਆਖਿਆ, ਕਹਿੰਦੇ ਸਤਿਗੁਰ ਬਚਨ ਕਮਾਵਣੇ, ਗੁਰੂ ਦੇ ਬਚਨਾਂ ਨੂੰ ਕਮਾਉਣਾ। ਸੱਚਾ ਇਹ ਵਿਚਾਰ, ਅਸਲ ਦੇ ਅੰਦਰ ਇਹੋ ਵਿਚਾਰ ਸੱਚੀ ਹੈ ਕਿ ਸਾਨੂੰ ਗੁਰੂ ਕੇ ਬਚਨਾਂ ਨੂੰ ਕਮਾਉਣਾ ਆ ਜਾਏ, ਅਸੀਂ ਗੁਰੂ ਕੇ ਬਚਨ ਕਮਾਉਣ ਲੱਗ ਜਾਈਏ। ਬਿਨ ਸਾਧੂ ਸੰਗਤ ਰਤਿਆਂ, ਕਹਿੰਦੇ ਗੁਰੂ ਕੀ ਸੰਗਤ ਵਿੱਚ ਰਤਿਆਂ ਤੋਂ ਬਿਨਾ, ਮਤਲਬ ਗੁਰੂ ਕੀ ਸੰਗਤ ਵਿੱਚ ਰਤੇ ਜਾਣ ਤੋਂ ਬਿਨਾ ਕੀ ਹੋਏਗਾ? ਮਾਇਆ ਮੋਹ ਸਭ ਛਾਰ। ਮਾਇਆ ਨਾਲ ਕੀਤੀਆਂ ਹੋਈਆਂ ਪ੍ਰੀਤੀਆਂ, ਮਾਇਆ ਨਾਲ ਲਾਇਆ ਹੋਇਆ ਪ੍ਰੇਮ, ਮਾਇਕ ਪਦਾਰਥਾਂ ਨਾਲ ਲਾਈ ਹੋਈ ਪ੍ਰੀਤ, ਸਾਰਾ ਕੁਝ ਸਵਾਹ ਹੈ ਜੇ ਅਸੀਂ ਗੁਰੂ ਕੀ ਸੰਗਤ ਵਿੱਚ ਰਤੇ ਨਹੀਂ ਗਏ। ਜੇ ਸਾਡੇ ਕੋਲ ਗੁਰੂ ਕੀ ਸੰਗਤ ਵਿੱਚ ਪ੍ਰੇਮ ਨਹੀਂ, ਜਾਂ ਗੁਰੂ ਕੀ ਸੰਗਤ ਨਾਲ ਸਾਡਾ ਪ੍ਰੇਮ ਨਹੀਂ, ਪਿਆਰ ਨਹੀਂ, ਤੇ ਸਾਹਿਬ ਕਹਿੰਦੇ ਜਿੰਨੇ ਮਾਇਕ ਪਦਾਰਥ ਨੇ ਸੱਜਣਾ ਚੇਤਾ ਰੱਖੀ, ਇਹ ਸਾਰਾ ਕੁਝ ਸਵਾਹ ਹੀ ਹੈ, ਸਾਰਾ ਕੁਝ ਸਾਰ ਹੈ। ਜਿੰਨਾ ਮਰਜ਼ੀ ਯਤਨ ਕਰ ਲਾ, ਜਿੰਨਾ ਮਰਜ਼ੀ ਕੋਸ਼ਿਸ਼ਾਂ ਕਰ ਲਾ ਕਿ ਇਹ ਛਾਰ ਨਾ ਹੋਵੇ, ਪਰ ਸਾਹਿਬ ਕਹਿੰਦੇ ਇਹ ਅਖੀਰ ਤੈਨੂੰ ਕਬੂਲ ਕਰਨਾ ਹੀ ਪਵੇਗਾ ਕਿ ਇਹ ਸਾਰੇ ਦੇ ਸਾਰੇ ਪਦਾਰਥ ਸਵਾਹ ਹਨ, ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਗੁਰ ਸਮਰੱਥ ਅਪਾਰ, ਗੁਰ ਵਡਭਾਗੀ ਦਰਸ਼ਨ ਹੋਏ। ਗੁਰ ਅਗੋਚਰ ਨਿਰਮਲਾ, ਗੁਰ ਜੀਵੜ ਅਵਰ ਨਾ ਕੋਏ। ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰ ਸਮਰੱਥ,
ਅਪਾਰ ਗੁਰ, ਗੁਰੂ ਸਮਰੱਥ ਹੈ ਤੇ ਅਪਾਰ ਵੀ ਹੈ। ਕੋਈ ਵੀ ਐਸੀ ਤਾਕਤ ਜਾਂ ਕੋਈ ਐਸਾ ਕਰਮ ਨਹੀਂ ਜਿਹੜਾ ਗੁਰੂ ਜੀ ਕੇ ਵਸ ਤੋਂ ਬਾਹਰ ਹੋਵੇ। ਉਹ ਸਮਰੱਥ ਹੈ, ਸਰਵ ਕਲਾ ਸਮਰੱਥ ਕਹਿ ਲਈਏ ਤੇ ਕੋਈ ਅਤ ਕਥਨੀ ਨਹੀਂ। ਹਰ ਤਾਕਤ ਹੈ ਉਹਦੇ ਵਸ, ਹਰ ਸਮਰੱਥਾ ਉਹਦੇ ਵਸ ਹੈ। ਔਰ ਕਦੇ ਅਸੀਂ ਗੁਰੂ ਕੇ ਕੌਤਕ ਔਰ ਗੁਰੂ ਕੀ ਵਡਿਆਈ ਨੂੰ ਸਮਝ ਨਹੀਂ ਸਕਦੇ। ਗੁਰੂ ਜੀ ਕੌਤਕ ਕਿਉਂ ਵਰਤਾਰੇ, ਗੁਰੂ ਜੀ ਕਿਉਂ ਇਸ ਤਰ੍ਹਾਂ ਦੀ ਵਡਿਆਈ ਜਿਹੜੀ ਗੁਰੂ ਕੀ, ਅਸੀਂ ਉਹਨੂੰ ਕਦੇ ਵੀ ਜਾਣ ਨਹੀਂ ਸਕਦੇ। ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਮਾਲਕ ਜੀ ਨੇ ਜਿੰਨੇ ਵੀ ਕੌਤਕ ਵਰਤਾਏ, ਸਿੱਖ ਉਹਨਾਂ ਕੌਤਕਾਂ ਦੇ ਅੱਗੇ ਹੱਥ ਜੋੜ ਕੇ ਇਹੋ ਕਹਿੰਦੇ ਸਨ ਵੀ ਸਤਿਗੁਰੂ ਜੀ ਤੁਹਾਡੀ ਵਡਿਆਈ ਤੇ ਤੁਹਾਡਾ ਕੌਤਕ ਤੁਸੀਂ ਆਪ ਜਾਣਦੇ ਹੋ, ਸਾਡੇ ਵੱਸ ਤੋਂ ਬਾਹਰ ਹੈ। ਜੇ ਆਪਾਂ ਇਹਨਾਂ ਦਿਨਾਂ ਨੂੰ ਹੀ ਚੇਤੇ ਕਰਨੀ, ਆਉਣ ਵਾਲੇ ਦਿਨਾਂ ਵਿੱਚ ਗੁਰੂ ਕਲਗੀਧਰ ਸਾਹਿਬ ਜੀ ਦੇ ਛੋਟੇ ਲਾਲਾਂ ਨੂੰ ਚੇਤੇ ਕਰਨਾ, ਵੱਡੇ ਲਾਲਾਂ ਦੀ ਸ਼ਹਾਦਤ ਨੂੰ ਚੇਤੇ ਕਰਨਾ, ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦੇ ਦਿਨਾਂ ਨੂੰ, ਪਰਿਵਾਰ ਵਿਛੋੜੇ ਦੇ ਦਿਨਾਂ ਨੂੰ ਚੇਤੇ ਕਰਨਾ। ਕੌਤਕ ਕਿਉਂ ਵਰਤਾਏ ਸਾਹਿਬ ਨੇ? ਕੀ ਸਤਿਗੁਰੂ ਜੀ ਨੇ, ਕਿਉਂਕਿ ਜੇ ਤੇ ਆਪਾਂ ਆਖਾਂਗੇ ਔਰੰਗਜ਼ੇਬ ਦੇ ਨਾਲ ਸੰਬੰਧ ਜਾਂ ਔਰੰਗਜ਼ੇਬ ਦੇ ਨਾਲ ਸੰਧੀ ਦਾ ਜ਼ਿਕਰ ਕਰਾਂਗੇ ਤੇ ਕੀ ਗੁਰੂ ਕਲਗੀਧਰ ਸਾਹਿਬ ਸਮਰੱਥ ਨਹੀਂ ਸਨ? ਪਰ ਉਹਨਾਂ ਕਰਾਮਾਤ ਤੋਂ ਇਨਕਾਰ ਕੀਤਾ। ਜਿਹੜੀ ਕਰਾਮਾਤ ਉਹ ਵੇਖਣਾ ਚਾਹੁੰਦੇ ਸਨ, ਉਸ ਕਰਾਮਾਤ ਤੋਂ ਗੁਰੂ ਕਲਗੀਧਰ ਸਾਹਿਬ ਇਨਕਾਰ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਇਨਕਾਰ ਕਰਦੇ। ਪਰ ਜਿਹੜਾ ਕੌਤਕ ਹੁਣ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਹੈ, ਮਾਲਕ ਜੀ ਕਿਉਂ ਛੱਡ ਰਹੇ ਨੇ? ਵੱਡੇ ਲਾਲਾਂ ਨੂੰ ਕਿਉਂ ਗੁਰੂ ਕਲਗੀਧਰ ਸਾਹਿਬ ਜੀ ਜੰਗ ਵਿੱਚ ਤੋਰਨ ਲੱਗੇ? ਇਹਨਾਂ ਸਾਰੀਆਂ ਗੱਲਾਂ ਪਿੱਛੇ ਇੱਕ ਕੁਐਸਚਨ ਮਾਰਕ ਖੜੋਤਾ ਹੈ। ਪਰ ਅਖੀਰ ਸਾਰੀਆਂ ਗੱਲਾਂ ਦੇ ਜਦੋਂ ਜਵਾਬ ਦੀ ਗੱਲ ਕਰਾਂਗੇ, ਸਾਹਿਬ ਜੀ ਤੁਹਾਡਾ ਕੌਤਕ ਹੈ, ਤੁਸੀਂ ਕਿਉਂ ਵਰਤਾ ਰਹੇ ਹੋ, ਤੁਸੀਂ ਆਪ ਜਾਣਦੇ ਹੋ। ਔਰ ਕਿੱਡੀ ਦੂਰ ਅੰਦੇਸ਼ੀ ਦੇ ਨਾਲ ਸਤਿਗੁਰੂ ਜੀ ਨੇ ਇਹ ਸਾਰੇ ਕੌਤਕ ਵਰਤਾਏ। ਕਿੱਡੀ ਦਿਵਯ ਦ੍ਰਿਸ਼ਟੀ ਨਾਲ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਸਾਹਿਬ ਨੇ ਸਾਰਾ ਕੁਝ ਵਾਚਿਆ ਹੋਏਗਾ ਵੀ ਆਉਣ ਵਾਲੇ ਸਮੇਂ ਅੰਦਰ ਕੀ ਕੁਝ ਹੋ ਸਕਦਾ ਹੈ। ਪਰ ਅਖੀਰ ਜੇ ਅਸੀਂ ਆਪਣੀਆਂ ਸੋਚਾਂ ਨਾਲ ਸੋਚਣ ਦੀ ਗੱਲ ਕਰਾਂਗੇ ਵੀ ਨਾ, ਤੇ ਅਸੀਂ ਦੁਨਿਆਵੀ ਤਲ ਤੱਕ ਸੋਚ ਕੇ ਤੇ ਪਾਸੇ ਹੋ ਜਾਾਂਗੇ। ਪਰ ਸਤਿਗੁਰੂ ਜੀ ਕੌਤਕ ਕਿਉਂ ਵਰਤਾ ਰਹੇ ਨੇ, ਕਿਉਂ ਸਾਹਿਬ ਜੀ ਨੇ? ਹੁਣ ਕਿਹੜਾ ਐਸਾ ਪਿਤਾ ਜਾਂ ਕਿਹੜਾ ਐਸਾ ਪਿਓ ਹੈ ਜਿਹੜਾ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਫੱਟ ਖਾਂਦਿਆਂ, ਸੱਟਾਂ ਖਾਂਦਿਆਂ, ਜ਼ਖਮ ਖਾਂਦਿਆਂ ਤੇ ਆਪਣੀਆਂ ਅੱਖਾਂ ਸਾਹਮਣੇ ਧਰਤੀ ਤੇ ਡਿੱਗਦਿਆਂ ਵੇਖੇ ਤੇ ਰੱਬ ਦਾ ਸ਼ੁਕਰ ਗੁਜ਼ਾਰੇ? ਕੀ ਕੌਤਕ ਸੀ ਸਾਹਿਬ ਦਾ? ਹੈ ਜੇ ਤੇ ਸੰਸਾਰਕ ਤੌਰ ਤੇ ਵੇਖਾਂਗੇ ਤੇ ਇਸ ਗੱਲ ਨੂੰ ਇਮੇਜਿਨ ਕਰਨਾ ਵੀ ਸਾਡੇ ਵੱਸ ਤੋਂ ਬਾਹਰ ਹੈ। ਵੀ ਮੈਂ ਸੋਚ ਵੀ ਸਕਾਂ ਇਸ ਗੱਲ ਨੂੰ ਵੀ ਅੱਖਾਂ ਸਾਹਮਣੇ ਪੁੱਤਰ ਨੂੰ ਸ਼ਹੀਦ ਕਰਵਾਉਣਾ ਜਾਂ ਪੁੱਤਰਾਂ ਨੂੰ ਸ਼ਹੀਦ ਕਰਵਾਉਣਾ। ਇਮੇਜਿਨੇਸ਼ਨ ਤੋਂ ਵੀ ਪਰੇ ਹੈ, ਨਹੀਂ ਸੋਚ ਸਕਦੇ ਅਸੀਂ। ਜੇ ਅਸੀਂ ਸੋਚ ਨਹੀਂ ਸਕਦੇ ਤੇ ਅਸੀਂ ਕਰ ਕਿਵੇਂ ਲਵਾਂਗੇ? ਪਹਿਲੋਂ ਗੁਰੂ ਕਲਗੀਧਰ ਸਾਹਿਬ ਤੋਂ ਪਹਿਲਾਂ ਦਾ ਜਦੋਂ ਜ਼ਿਕਰ ਕਰਦੇ ਆ ਤੇ ਮਿਥਿਹਾਸ ਗਵਾਹੀ ਭਰਦਾ, ਕੋਈ ਇਸ ਗੱਲ ਨੂੰ ਸਹਾਰ ਨਹੀਂ ਸਕਿਆ। ਆਪਣੇ ਪੁੱਤਰਾਂ ਦੇ ਵਿਛੋੜੇ ਨੂੰ ਕੋਈ ਵੀ ਸਹਾਰ ਨਹੀਂ ਸਕਿਆ। ਦਸ਼ਰਥ ਦਾ ਜ਼ਿਕਰ ਕਰੋ, ਉਹਨੂੰ ਪਤਾ ਹੈ ਮੇਰੇ ਕੋਲ 4 ਪੁੱਤਰ ਨੇ, 4 ਵਿੱਚੋਂ 2 ਬਨਵਾਸ ਚੱਲੇ ਨੇ, 2 ਤੇ ਮੇਰੇ
ਕੋਲ ਨੇ। ਪਰ ਜਿੰਨਾ ਚਿਰ ਅੱਖਾਂ ਨਾਲ ਦਿਸਦੇ ਰਹੇ ਉਹਨਾਂ ਚਿਰ ਤੇ ਖੜੋਤਾ ਰਿਹਾ। ਜਦੋਂ ਜਾਂਦੇ ਹੋਏ ਅੱਖਾਂ ਤੋਂ ਪਰੋਖੇ ਹੋਏ ਉੱਥੋਂ ਹੀ ਛਾਲ ਮਾਰ ਕੇ ਜਾਨ ਦੇ ਦਿੰਦਾ ਹੈ। ਕਿੰਨੇ ਝੱਲਿਆ ਪੁੱਤਰਾਂ ਦਾ ਵਿਛੋੜਾ। ਸਾਰੀ ਦੀ ਸਾਰੀ ਜੰਗ ਹਾਰ ਜਾਣਾ ਸਿਰਫ ਇੰਨਾ ਸੁਣ ਕੇ, ਹਾਥੀ ਦਾ ਨਾਂ ਸੁਣ ਕੇ ਹੀ ਇਹ ਸਮਝ ਲੈਣਾ ਵੀ ਪੁੱਤਰ ਮਾਰਿਆ ਗਿਆ। ਤੇ ਉਧਰੋਂ ਦੂਜਿਆਂ ਨੂੰ ਵੀ ਪਤਾ ਸੀ ਵੀ ਜੇ ਅਸੀਂ ਹਾਥੀ ਕਹਿ ਕੇ ਰੌਲਾ ਪਾਇਆ ਤੇ ਉਹਨੂੰ ਹੌਸਲਾ ਬਣਿਆ ਰਹਿਣਾ। ਅਗਲਿਆਂ ਨੇ ਵੀ ਕੇਵਲ ਨਾਮ ਹੀ ਲਿਆ, ਜੰਗ ਚ ਰੌਲਾ ਪਾਤਾ, ਮਾਰਿਆ ਗਿਆ ਮਾਰਿਆ ਗਿਆ। ਪੁੱਤਰ ਦੀ ਮੌਤ ਹੁਣ ਉਹਨੂੰ ਨਹੀਂ ਪਤਾ ਵੀ ਪੁੱਤਰ ਜਿਉਂਦਾ ਹੈ, ਸਿਰਫ ਨਾਂ ਸੁਣ ਕੇ ਹੀ ਹੌਸਲਾ ਟੁੱਟ ਗਿਆ। ਇੱਥੇ ਤੇ ਅੱਖਾਂ ਸਾਹਮਣੇ ਲੜਦੇ ਵੇਖੇ, ਸ਼ਹੀਦ ਹੁੰਦੇ ਵੇਖੇ, ਕਿੱਡੇ ਹੌਸਲੇ ਬੁਲੰਦ ਹੋਣਗੇ। ਔਰੰਗਜ਼ੇਬ ਵਜ਼ੀਰ ਖਾਂ, ਜਦੋਂ ਵਜ਼ੀਰ ਖਾਂ ਨੂੰ ਪੜ੍ਹਦੇ ਆ ਨਾ, ਸਰਹੰਦ ਦੀ ਧਰਤੀ ਉੱਤੇ ਰਹਿਣ ਦਾ ਸਾਰਾ ਵਜ਼ੀਰ ਖਾਂ ਦੇ ਜੀਵਨੀ ਜਦੋਂ ਪੜ੍ਹਾਂਗੇ ਸਾਹਮਣੇ ਆਉਂਦਾ ਆਪਣੇ ਭਰਾ, ਜਾਂ ਜਦੋਂ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਵਰਤਦਾ ਹੈ, ਉਹ ਸਾਰੇ ਕਿਉਂ ਵਰਤ ਰਹੇ? ਸਿਰਫ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣ ਕਰਕੇ, ਆਪਣੇ ਪੁੱਤਰਾਂ ਦੀ ਮੌਤ ਦਾ ਬਦਲਾ ਲੈਣ ਕਰਕੇ ਵੀ ਇਹਨਾਂ ਨੇ ਸਾਡੇ ਪੁੱਤਰ ਮਾਰੇ, ਅਸੀਂ ਛੱਡਣੇ ਨਹੀਂ। ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਹ ਕੌਤਕ, ਕਿਉਂਕਿ ਮੈਂ ਜਿਹੜਾ ਆਪ ਜੀ ਅੱਗੇ ਬੇਨਤੀ ਕਰ ਰਿਹਾ ਹਾਂ ਸਿਰਫ ਇਹੋ ਹੈ ਕਿ ਗੁਰੂ ਕੀ ਵਡਿਆਈ ਗੁਰੂ ਆਪ ਜਾਣਦੇ। ਸਾਡੀ ਮੱਤ ਵਿੱਚ ਅਸੀਂ ਕਦੇ ਗੁਰੂ ਕੀ ਸ਼ੋਭਾ ਨੂੰ ਲੈ ਕੇ ਨਹੀਂ ਆ ਸਕਦੇ। ਅਸੀਂ ਸੋਚਾਂਗੇ ਤੇ ਬੜਾ ਥੋੜਾ ਜਿਹਾ ਸੋਚਾਂਗੇ, ਓਨਾ ਕੀ ਸੋਚਾਂਗੇ ਜਿੰਨਾ ਕਿ ਸਾਡੀ ਸੋਚ ਦਾ ਦਾਇਰਾ ਹੈ। ਪਰ ਸਤਿਗੁਰੂ ਵਿਸ਼ਾਲਤਾ ਨਾਲ ਸੋਚਦੇ। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿ ਰਹੇ, ਗੁਰ ਸਮਰੱਥ ਅਪਾਰ ਗੁਰ, ਗੁਰੂ ਦਾ ਕੋਈ ਪਾਰਲਾ ਬੰਨਾ ਨਹੀਂ। ਅਪਾਰ ਹੈ, ਬੇਅੰਤ ਹੈ, ਉਹਦਾ ਸਾਨੂੰ ਨਾ ਉਰਲਾ ਤੇ ਨਾ ਪਾਰਲਾ ਬੰਨਾ, ਕੁਝ ਨਹੀਂ ਦਿਸਣਾ। ਉਹ ਸਮਰੱਥ ਹੈ, ਕਰ ਸਭ ਕੁਝ ਸਕਦਾ ਹੈ, ਕਿਸੇ ਵੀ ਤਾਕਤ ਤੋਂ ਮੁਨਕਰ ਨਹੀਂ। ਹਰ ਕਾਰਜ ਕਰ ਸਕਦੇ ਨੇ, ਹਰ ਕਾਰਜ ਨੂੰ ਸਵਾਰ ਸਕਦੇ ਨੇ। ਪਰ ਸਾਹਿਬ ਜੀ ਨਾਲ ਆਖਦੇ, ਵੱਡ ਭਾਗੀ ਦਰਸ਼ਨ ਹੋਏ, ਚੰਗੇ ਭਾਗਾਂ ਸਦਕਾ ਹੀ ਗੁਰੂ ਕੇ ਦੀਦਾਰ ਹੁੰਦੇ। ਜਾਂ ਦਰਸ਼ਨ ਹੋਏ, ਜਿਹੜੇ ਜਿਨ੍ਹਾਂ ਨੂੰ ਦਰਸ਼ਨ ਹੋ ਜਾਂਦੇ ਵੱਡ ਭਾਗੀ, ਉਹ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਨੇ। ਜਿਹੜੇ ਗੁਰੂ ਕਾ ਦੀਦਾਰ ਕਰ ਲੈਂਦੇ ਨੇ, ਦਰਸ਼ਨ ਕਰ ਲੈਂਦੇ ਨੇ, ਉਹ ਵੱਡਿਆਂ ਭਾਗਾਂ ਦੇ ਮਾਲਕ ਬਣ ਜਾਂਦੇ ਹਨ। ਫਿਰ ਆਖਿਆ ਨਾਲ ਸਤਿਗੁਰੂ ਜੀ ਨੇ, ਗੁਰ ਅਗੋਚਰ, ਉਹ ਤੇ ਸਾਡੇ ਇੰਦਰੀਆਂ ਤੋਂ ਹੈ ਹੀ ਪਰੇ, ਨਹੀਂ ਸਮਝ ਸਕਦੇ ਅਸੀਂ ਉਹਦੇ ਬਾਰੇ ਵਿੱਚ। ਜਦੋਂ ਕਰਮ ਇੰਦਰੀਆਂ ਦੀ ਗੱਲ ਆਵੇਗੀ ਤੇ ਉਦੋਂ ਅਗਮ ਅਗੋਚਰ, ਜਿੱਥੇ ਗਿਆਨ ਇੰਦਰੀ ਵੀ ਥੱਕ ਜਾਣ, ਗਿਆਨ ਇੰਦਰੀਆਂ ਦੀ ਪਹੁੰਚ, ਜਿੱਥੇ ਸਾਡੇ ਕਰਮ ਇੰਦਰੀ ਨਹੀਂ ਨਾ ਪਹੁੰਚ ਕਰ ਸਕਦੇ, ਉੱਥੇ ਸਾਡੇ ਗਿਆਨ ਇੰਦਰੀ ਪਹੁੰਚ ਕਰਦੇ ਨੇ। ਤੇ ਗੁਰੂ ਤੱਕ ਸਾਡੇ ਨਾ ਤੇ ਕਰਮ ਇੰਦਰੀ ਪਹੁੰਚ ਸਕੇ ਤੇ ਨਾ ਹੀ ਗਿਆਨ ਇੰਦਰੀ। ਉਹ ਸਾਡੇ ਤੇ ਗਿਆਨ ਇੰਦਰੀਆਂ ਤੋਂ ਕਿਤੇ ਪਰੇ ਹੈ। ਅਸੀਂ ਤੇ ਆਪਣੀ ਸੋਚ ਵਿੱਚ ਵੀ ਉਹਨੂੰ ਨਹੀਂ ਲਿਆ ਸਕਦੇ। ਮਤਲਬ ਅਸੀਂ ਸੀਮਤ ਨਹੀਂ ਕਰ ਸਕਦੇ ਵੀ ਜਿੰਨਾ ਕੁ ਮੈਂ ਸੋਚ ਲਿਆ ਬਸ ਗੁਰੂ ਇੰਨਾ ਕੀ ਹੈ। ਨਹੀਂ, ਜਿੰਨਾ ਕੁ ਮੈਂ ਸੋਚਿਆ ਮੈਂ ਓਨਾ ਕੀ ਸੋਚਣ ਦੇ ਕਾਬਲ ਹਾਂ। ਗੁਰੂ ਤੇ ਇਦੋਂ ਕਿਤੇ ਅਪਾਰ ਹੈ, ਗੁਰੂ ਤੇ ਇਸ ਤੋਂ ਕਿਤੇ ਪਰੇ ਹੈ। ਮੈਂ ਜਿੰਨਾ ਕੁ ਸੋਚ ਲਿਆ, ਮੈਂ ਇੰਨੀ ਕੁ ਸੋਚ ਦਾ ਮਾਲਕ ਹਾਂ। ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਜਿੰਨਾ ਮੈਂ ਸੋਚ ਲਿਆ ਨਾ, ਇਹਦੋਂ ਅੱਗੇ ਗੁਰੂ ਨਹੀਂ ਹੈ। ਉਦੋਂ ਅੱਗੇ ਵੀ ਗੁਰੂ ਹੈ, ਪਰ ਤੇਰੀ ਸੋਚ ਇੱਥੇ ਮੁੱਕ ਗਈ ਹੈ। ਮਨੁੱਖਾ, ਸਾਡੀ ਸੋਚ ਇੱਥੇ ਮੁੱਕ ਜਾਂਦੀ ਹੈ, ਪਰ ਗੁਰੂ ਕੀ ਨਾ ਤੇ ਵਡਿਆਈ ਮੁੱਕਦੀ ਤੇ ਨਾ ਹੀ ਗੁਰੂ ਕੀ ਵਿਸ਼ਾਲਤਾ ਮੁੱਕਦੀ ਹੈ।
ਨਿਰਮਲਾ, ਗੁਰੂ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਗੁਰ ਜੇਵੜ ਅਵਰ ਨਾ ਕੋਏ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਗੁਰੂ ਵਰਗਾ ਦੂਜਾ ਹੈ ਹੀ ਕੋਈ ਨਹੀਂ। ਗੁਰ ਕਰਤਾ, ਗੁਰ ਕਰਨਹਾਰ, ਗੁਰੂ ਕਰਤਾ ਹੈ, ਗੁਰੂ ਕਰਨ ਵਾਲਾ ਹੈ। ਗੁਰਮੁਖ ਸੱਚੀ ਸੋਏ, ਗੁਰੂ ਦੇ ਰਾਹੀਂ ਹੀ ਅਸਲ ਦੇ ਅੰਦਰ ਵਡਿਆਈ ਔਰ ਸ਼ੋਭਾ ਮਿਲਦੀ ਹੈ। ਗੁਰ ਤੇ ਬਾਹਰ ਕਿਛ ਨਹੀਂ, ਬਾਹਰ ਥੋੜੀ ਹੈ ਗੁਰੂ ਤੋਂ ਕੁਛ। ਜਦੋਂ ਗੁਰੂ ਕਲਗੀਧਰ ਸਾਹਿਬ ਜੀ ਨੂੰ ਉਹਨਾਂ ਦੇ ਆਹ ਦਿਨਾਂ ਨੂੰ ਚੇਤੇ ਕਰਦੇ ਆ ਨਾ, ਚਮਕੌਰ ਦੀ ਜੰਗ ਵਿੱਚ ਸਵੇਰੇ ਤੋਰਨੇ ਨੇ, ਪਰ ਰਾਤ ਗੁਰੂ ਕਲਗੀਧਰ ਸਾਹਿਬ ਜਾਣਦੇ ਨੇ ਵੀ ਸਵੇਰੇ ਇਹਨਾਂ ਨੇ ਵੀ ਮੇਰੇ ਕੋਲ ਨਹੀਂ ਆਉਣਾ, ਇਹਨਾਂ ਵੀ ਮੇਰੇ ਕੋਲ ਨਹੀਂ ਹੋਣਾ। ਗੁਰੂ ਅਰਜਨ ਸਾਹਿਬ ਕਹਿੰਦੇ ਗੁਰ ਤੇ ਬਾਹਰ ਕਿਛ ਨਹੀਂ, ਬਾਹਰ ਤੇ ਕੁਝ ਵੀ ਨਹੀਂ ਹੈ ਗੁਰੂ ਤੋਂ। ਇੱਕ ਵੀ ਐਸਾ ਕਰਮ ਨਹੀਂ ਜਿਹੜਾ ਗੁਰੂ ਤੋਂ ਬਾਹਰ ਹੋਵੇ। ਗੁਰ ਕੀਤਾ ਲੋੜੇ ਸੋ ਹੋਏ, ਗੁਰੂ ਜੋ ਲੋੜਦੇ ਨੇ, ਜੋ ਗੁਰੂ ਕਰਦੇ ਨੇ ਉਹੀ ਹੁੰਦਾ ਹੈ, ਗੁਰੂ ਤੋਂ ਬਾਹਰ ਕੁਝ ਨਹੀਂ। ਕਦੇ ਬੈਠ ਕੇ ਸੋਚੀਏ ਕਿ ਸਤਿਗੁਰੂ ਪਾਤਸ਼ਾਹ ਜੀ ਉਥੇ ਕੁਝ ਕਰ ਨਹੀਂ ਸੀ ਸਕਦੇ? ਜੇ ਚਾਹੁੰਦੇ ਤੇ ਇੱਕ ਖਿਣ ਮਾਤਰ ਸਮਾਂ ਲੱਗਦਾ, 10 ਲੱਖ ਫੌਜ ਤੇ ਕੁਝ ਵੀ ਨਹੀਂ ਹੈ। ਗੁਰੂ ਕੀ ਬਾਣੀ ਪੜੋ, ਕਿਤੇ ਮਾਲਕ ਪਾਤਸ਼ਾਹ ਜੀ ਤੇ ਇੱਥੋਂ ਤੱਕ ਜ਼ਿਕਰ ਕਰਦੇ ਵੀ ਕਰਨ ਵਾਲਾ ਵੀ ਉਹ ਤੇ ਢਾਉਣ ਵਾਲਾ ਵੀ ਉਹ, ਕਰਦਾ ਵੀ ਖਿਣ ਮਾਤਰ ਸਮੇਂ 'ਚ ਤੇ ਢਾਉਂਦਾ ਵੀ ਖਿਣ ਮਾਤਰ ਸਮੇਂ 'ਚ। 10 ਲੱਖ ਫੌਜ ਕੀ ਹੈ? ਜੇ ਆਪਾਂ ਉਹਨਾਂ ਤਾਕਤਾਂ ਦੇ ਅਨੁਸਾਰੀ ਵੇਖਾਂਗੇ, ਪਰ ਇਹ ਸਾਰਾ ਜਿਹੜਾ ਸਤਿਗੁਰੂ ਜੀ ਕਾ ਰੱਬ ਜੀ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਨਿਯਮ ਸਾਡੇ ਲਈ ਇੱਕ ਪਾਇਆ ਪੂਰਨ ਹੈ ਕਿ ਹਾਲਾਤ ਕਿਸੇ ਤਰ੍ਹਾਂ ਦੇ ਹੋਣ, ਕਦੇ ਰੱਬ ਦੀ ਰਜ਼ਾ ਤੋਂ ਬਾਹਰੇ ਨਾ ਹੋਈਏ। ਉਹਦੀ ਰਜ਼ਾ ਨੂੰ ਹਰ ਵਕਤ ਸਿਰ ਮੱਥੇ ਕਰਕੇ ਮੰਨੀਏ, ਕੁਰਲਾਹਟ ਨਾ ਹੋਵੇ ਉਹਦੀ ਰਜ਼ਾ ਨੂੰ ਮੰਨਣ ਲੱਗਿਆ। ਕਿਤੇ ਸਾਡੇ ਮਨਾਂ ਅੰਦਰ ਰੋਸ ਨਾ ਹੋਵੇ ਰੱਬ ਜੀ ਦੀ ਰਜ਼ਾ ਨੂੰ ਮੰਨਣ ਲਈ ਵੀ ਰੱਬਾ ਕੀ ਕਰਤਾ, ਸਗੋਂ ਸ਼ੁਕਰਾਨਾ, ਰੱਬ ਜੀ ਤੂੰ ਦਿੱਤੇ ਸਨ, ਤੇਰੀ ਅਮਾਨਤ ਤੈਨੂੰ ਮੋੜ ਕੇ ਅੱਜ ਮੈਂ ਸੁਰਖਰੂ ਹੋਇਆ। ਤੇਰੀ ਅਮਾਨਤ ਸੀ, ਤੂੰ ਲੈ ਲਈ, ਅੱਜ ਮੈਂ ਸੁਰਖਰੂ ਹੋਇਆ। ਮੈਂ ਬੜਾ ਅੱਜ ਹੌਲਾ ਜਿਹਾ ਮਹਿਸੂਸ ਕਰ ਰਿਹਾ, ਤੇਰੀ ਅਮਾਨਤ ਨੂੰ ਸਾਂਭਿਆ, ਤੇਰੇ ਦਿੱਤੇ ਸਮੇਂ ਵਿੱਚ ਜਿੰਨੀ ਅਮਾਨਤ ਦਿੱਤੀ ਤੇਰੀ ਅਮਾਨਤ ਨੂੰ ਸਾਂਭਿਆ, ਪਰ ਅੱਜ ਤੇਰੀ ਅਮਾਨਤ ਤੈਨੂੰ ਵਾਪਸ ਕਰਕੇ ਮੈਂ ਸੁਰਖਰੂ ਹੋਇਆ। ਮੇਰੇ ਸਿਰ ਤੋਂ ਇੱਕ ਜ਼ਿੰਮੇਵਾਰੀ ਮੁੱਕ ਗਈ। ਗੁਰੂ ਕਲਗੀਧਰ ਸਾਹਿਬ ਦਾ ਉਹ ਹਰ ਇੱਕ ਹਾਲਾਤ ਨੂੰ ਆਪਣੇ ਉੱਤੇ ਹੰਢਾਉਣ ਦਾ ਮਤਲਬ ਇਹੋ ਸੀ ਕਿ ਸਾਡੇ ਲਈ ਇੱਕ ਪੂਰਨਾ ਬਣ ਜਾਏ ਤੇ ਅਸੀਂ ਉਹਦੇ ਅਨੁਸਾਰੀ ਚੱਲ ਪਈਏ। ਗੁਰ ਤੇ ਬਾਹਰ ਕਿਛ ਨਹੀਂ। ਜੇ ਚਾਹੁੰਦੇ ਗੁਰੂ ਸਾਹਿਬ ਜੀ ਤੇ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਰੱਖ ਵੀ ਜਾਂਦੇ। ਸਿੱਖਾਂ ਨੇ ਕਿਹੜਾ ਇਨਕਾਰ ਕੀਤਾ ਸੀ? ਉਹਨਾਂ ਤੇ ਕਿਹਾ ਹੀ ਸੀ ਨਾ ਵੀ ਰੱਖ ਲਓ। ਕਿਉਂ ਅਜੀਤ ਸਿੰਘ ਨੂੰ ਤੋਰਨਾ, ਕਿਉਂ ਜੁਝਾਰ ਸਿੰਘ ਤੋਰਨਾ? ਭਾਈ ਦਇਆ ਸਿੰਘ ਹੁਣੀ ਖੁਦ ਆ ਕੇ ਕਹਿੰਦੇ ਨੇ ਵੀ ਮਾਲਕ ਜੀ ਨਾ ਤੋਰੋ ਜੰਗ ਦੇ ਮੈਦਾਨ ਵਿੱਚ। ਅਜੀਤ ਸਿੰਘ ਤੋਰਿਆ, ਫਿਰ ਵੀ ਤੋਰਿਆ ਸਾਹਿਬ ਨੇ। ਅਗਲੇ ਆ ਕੇ ਫਿਰ ਰੋਕਿਆ ਵੀ ਸਤਿਗੁਰੂ ਜੀ ਇੱਕ ਤੁਹਾਡੀਆਂ ਅੱਖਾਂ ਸਾਹਮਣੇ ਸ਼ਹਾਦਤ ਦਾ ਜਾਮ ਪੀ ਗਏ ਨੇ, ਦੂਜੇ ਨੂੰ ਨਾ ਤੋਰੋ ਕਿਉਂਕਿ ਬਾਕੀ ਦੋ ਦਾ ਪਤਾ ਨਹੀਂ, ਇਹਨੂੰ ਹੀ ਰੱਖ ਲਓ। ਤੇ ਕੀ ਮਾਲਕ ਚਾਹੁੰਦੇ ਰੱਖ ਨਹੀਂ ਸੀ ਸਕਦੇ? ਕੀ ਬਾਹਰਾ ਹੈ ਗੁਰੂ ਤੋਂ? ਗੁਰ ਤੇ ਬਾਹਰ ਕਿਛ ਨਹੀਂ। ਗੁਰ ਕੀਤਾ ਲੋੜੇ ਸੋ ਹੋਏ। ਜੋ ਗੁਰੂ ਸਾਹਿਬ ਚਾਹੁੰਦੇ ਨੇ ਉਹੀ ਕੁਝ ਹੁੰਦਾ ਹੈ। ਗੁਰ ਤੀਰਥ ਗੁਰ ਪਾਰ ਜਾਤ,
ਗੁਰ ਮਨਸਾ ਪੂਰਨਹਾਰ। ਗੁਰ ਦਾਤਾ ਹਰ ਨਾਮ ਦੇ, ਉਦਰੈ ਸਭ ਸੰਸਾਰ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ। ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨ ਹਾਰ। ਗੁਰ ਤੀਰਥ, ਗੁਰੂ ਵਰਗਾ ਤੀਰਥ ਕੋਈ ਨਹੀਂ। ਗੁਰ ਪਾਰ ਜਾਤ, ਗੁਰੂ ਵਰਗਾ ਪਾਰ ਜਾਤ ਵੀ ਕੋਈ ਨਹੀਂ। ਪਾਰ ਜਾਤ ਕਿਹਾ ਜਾਂਦਾ ਕਲਪ ਬ੍ਰਿਸ਼ ਨੂੰ, ਉਹ ਬ੍ਰਿਸ਼ ਜਿਹੜਾ ਕਲਪਨਾ ਨੂੰ ਪੂਰਿਆਂ ਕਰਦਾ ਹੈ। ਔਰ ਚੇਤੇ ਰੱਖੀਏ, ਇਹ ਨਾ ਪੁਰਾਣਕ ਕਥਾ ਹੈ। ਇੱਕ ਪੁਰਾਣਾਂ ਦੇ ਅੰਦਰ ਜੋ ਜ਼ਿਕਰ ਕੀਤਾ ਵੀ ਜਦੋਂ ਦੇਵਤਿਆਂ ਔਰ ਦੈਂਤਾਂ ਨੇ ਮਿਲ ਕੇ ਨਾ ਸਮੁੰਦਰ ਰਿੜਕਿਆ, ਉਹਦੇ ਚੋਂ 14 ਰਤਨ ਨਿਕਲੇ, ਤੇ ਉਹਨਾਂ 14 ਰਤਨਾਂ ਦੇ ਵਿੱਚੋਂ ਇੱਕ ਇਹ ਕਲਪ ਬ੍ਰਿਸ਼ ਵੀ ਨਿਕਲਿਆ। ਔਰ ਇਹ ਕਲਪ ਬ੍ਰਿਸ਼ ਜਿਹੜਾ ਨਾ ਦੇਵਤਿਆਂ ਨੂੰ, ਕਿਉਂਕਿ ਜਿੰਨੇ ਚੰਗੇ ਪਦਾਰਥ ਸਨ ਉਹ ਸਾਰੇ ਦੇਵਤਿਆਂ ਦੇ ਹਿੱਸੇ ਆਏ। 7 ਵੰਡੇ ਗਏ ਨਾ, 7 ਦੇਵਤਿਆਂ ਹਿੱਸੇ ਆਏ ਤੇ 7 ਦੈਂਤਾਂ ਦੇ ਹਿੱਸੇ ਆਏ। ਜਿਹੜੇ ਚੰਗੇ ਪਦਾਰਥ ਸਨ ਉਹਨਾਂ ਸਾਰਿਆਂ ਨੂੰ ਦੇਵਤੇ ਲੈ ਗਏ, ਜਿਹੜੇ ਮਾੜੇ ਸਨ ਉਹ ਸਾਰੇ ਦੈਂਤਾਂ ਨੂੰ ਦੇਤੇ। ਕਲਪ ਬ੍ਰਿਸ਼ ਇੰਦਰ ਦੇਵਤਾ ਜੀ ਦੇ ਹੱਥ ਆਇਆ, ਉਹਨਾਂ ਨੂੰ ਸੌਂਪਿਆ ਗਿਆ। ਔਰ ਉਦੋਂ ਬਾਅਦ ਚ ਨਾ ਜਿਹੜਾ ਪੁਰਾਣਕ ਕਥਾਵਾਂ ਜਿਵੇਂ ਕਹਿੰਦੀਆਂ ਨੇ ਵੀ ਫਿਰ ਉਹ ਇੰਦਰ ਦੇਵਤਾ ਜੀ ਦੀ ਜਿਹੜੀ ਇਸਤਰੀ ਹੈ ਉਹ ਬੜਾ ਪਸੰਦ ਕਰਦੀ ਹੈ ਇਸ ਰੁੱਖ ਨੂੰ। ਪਰ ਉਦੋਂ ਬਾਅਦ ਵਿੱਚ ਕਹਿੰਦੇ ਵੀ ਕ੍ਰਿਸ਼ਨ ਜੀ ਦੀ ਜਿਹੜੀ ਸੁਪਤਨੀ ਹੈ ਉਹਨੇ ਇੱਛਾ ਪ੍ਰਗਟ ਕੀਤੀ ਵੀ ਇਹ ਰੁੱਖ ਮੈਨੂੰ ਚਾਹੀਦਾ ਹੈ। ਉਹਦਾ ਨਾਮ ਪੁਰਾਣਕ ਕਥਾਵਾਂ ਵਿੱਚ 7 ਭਾਵਾਂ ਕਰਕੇ ਲਿਖਿਆ। ਉਹਨੇ ਇੱਛਾ ਪ੍ਰਗਟ ਕੀਤੀ, ਕ੍ਰਿਸ਼ਨ ਜੀ ਨੇ ਇੰਦਰ ਕੋਲੋਂ, ਇੰਦਰ ਦੇਵਤਾ ਜੀ ਕੋਲੋਂ ਇਹ ਰੁੱਖ ਲਿਆ ਕੇ 7 ਭਾਵਾਂ ਨੂੰ ਦੇ ਦਿੱਤਾ, ਤੇ ਇਹ ਰੁੱਖ ਫਿਰ 7 ਭਾਵਾਂ ਦੇ ਹਿੱਸੇ ਵਿੱਚ ਆਇਆ। ਉਹ ਇਸ ਦੀ ਮਾਲਕਣ ਬਣੀ। ਇਸ ਤਰੀਕੇ ਨਾਲ ਸਾਰਾ ਜਿਹੜਾ ਇਹ ਕਥਾ ਚੱਲਦੀ ਹੈ ਪੁਰਾਣਕ ਗ੍ਰੰਥਾਂ ਦੇ ਅੰਦਰ ਜੋ ਜ਼ਿਕਰ ਕੀਤਾ। ਮਕਸਦ ਇਹ ਹੈ ਵੀ ਕਲਪ ਬ੍ਰਿਸ਼ ਉਹ ਬ੍ਰਿਛ ਜਿਹਦੇ ਹੇਠਾਂ ਬੈਠਿਆਂ ਕਲਪਨਾਵਾਂ ਪੂਰੀਆਂ ਹੁੰਦੀਆਂ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਮੇਰਾ ਕਲਪ ਬ੍ਰਿਸ਼ ਮੇਰਾ ਗੁਰੂ ਹੈ। ਹੋ ਸਕਦਾ ਕਿ ਕਲਪ ਬ੍ਰਿਸ਼ ਹੇਠਾਂ ਬੈਠਿਆਂ ਮੈਂ ਕਲਪਨਾ ਕਰਾਂ ਉਹਨੂੰ ਫਲ ਨਾ ਲੱਗੇ, ਪਰ ਗੁਰੂ ਕੋਲ ਬਹਿ ਕੇ ਜੇ ਮੈਂ ਕਲਪਨਾ ਕਰਾਂ ਕਦੇ ਨਹੀਂ ਹੋ ਸਕਦਾ ਕਿ ਗੁਰੂ ਕੋਲੋਂ ਫਲ ਨਾ ਮਿਲੇ। ਕੋਈ ਵੀ ਜਿਸ ਕਲਪਨਾ ਨੂੰ ਲੈ ਕੇ, ਇੱਛਾ ਨੂੰ ਲੈ ਕੇ ਮੈਂ ਗੁਰੂ ਕੋਲ ਆ ਕੇ ਬਹਿ ਜਾ, ਕਦੇ ਨਹੀਂ ਹੋ ਸਕਦਾ ਕਿ ਉਹ ਕਲਪਨਾ ਪੂਰੀ ਨਾ ਹੋਵੇ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਗੁਰੂ ਮੇਰਾ ਮਨਸਾ ਪੂਰਦਾ ਹੈ। ਗੁਰ ਦਾਤਾ ਹਰ ਨਾਮ ਦੇ। ਮੈਂ ਆਹ ਕਲਪਨਾ ਵੀ ਲੈ ਕੇ ਕਿਤੇ ਗੁਰੂ ਕੋਲ ਆ ਜਾਣਾ ਵੀ ਮੈਨੂੰ ਰੱਬ ਦੀ ਬੰਦਗੀ ਚਾਹੀਦੀ ਹੈ, ਮੇਰੀ ਝੋਲੀ 'ਚ ਨਾਮ ਦੀ ਦਾਤ ਪਾਓ। ਗੁਰ ਦਾਤਾ ਹਰ ਨਾਮ ਦੇ, ਗੁਰੂ ਉਹ ਵੀ ਪਾਉਂਦਾ ਹੈ ਜਿਹਦੇ ਸਦਕਾ ਉਧਰੈ ਸਭ ਸੰਸਾਰ, ਸਾਰੇ ਸੰਸਾਰ ਦਾ ਉਧਾਰ ਹੋ ਜਾਂਦਾ ਹੈ। ਫਿਰ ਗੁਰ ਸਮਰੱਥ ਗੁਰ ਨਿਰੰਕਾਰ, ਗੁਰੂ ਸਮਰੱਥ ਵੀ ਹੈ ਨਿਰੰਕਾਰ ਵੀ ਹੈ। ਗੁਰ ਉੱਚਾ ਅਗੰਮ ਅਪਾਰ, ਗੁਰੂ ਜੀ ਉੱਚੇ ਵੀ ਨੇ, ਅਗੰਮ ਸਾਡੀ ਪਹੁੰਚ ਤੋਂ ਪਰੇ ਨੇ, ਅਪਾਰ ਸਾਡੇ ਕਥਨ ਤੋਂ ਵੀ ਪਰੇ ਨੇ, ਬੋਲਣ ਤੋਂ ਆਖਣ ਤੋਂ ਵੀ, ਸਾਡੇ ਬਿਆਨ ਤੋਂ ਵੀ ਪਰੇ ਨੇ। ਗੁਰ ਕੀ ਮਹਿਮਾ ਅਗੰਮ ਹੈ। ਕਹਿੰਦੇ ਗੁਰੂ ਕੀ ਵਡਿਆਈ ਅਗੰਮ ਹੈ। ਕਿਆ ਕਥੇ ਕਥਨਹਾਰ, ਜੇ ਕੋਈ ਕਥਨਹਾਰ ਬੈਠ ਕੇ ਗੁਰੂ ਕੀ ਮਹਿਮਾ ਕਥਨ ਲੱਗ ਜਾਏ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਕੀ ਕਥੇਗਾ, ਉਹਦੀ ਤੇ ਮਹਿਮਾ ਹੀ ਕਥਨ ਤੋਂ ਪਰੇ ਹੈ। ਜਿਤੜੇ ਫਲ ਮਨ ਬਾਂਚੀਐ, ਤਿਤੜੇ ਸਤਿਗੁਰ ਪਾਸ। ਪੂਰਬ ਲਿਖੇ ਪਾਵਣੇ,
ਸਾਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ਼ ਹਰ ਨਾਨਕ ਕਦੇ ਨਾ ਵਿਸਰੋ ਇਹ ਜਿਉ ਪਿੰਡ ਤੇਰਾ ਸਾਸ ਜਿਤੜੇ ਫਲ ਮਨ ਬਾਂਛੀ ਹੈ। ਕਹਿੰਦੇ ਜਿੰਨੇ ਵੀ ਫਲ ਅਸੀਂ ਮਨ ਕਰਕੇ ਮੰਗੀ ਦੇ ਨੇ ਜਾਂ ਮਨ ਸਾਡਾ ਚਾਹੁੰਦਾ ਹੈ, ਤਿਤੜੇ ਸਤਿਗੁਰ ਓਨੇ ਫਲ ਗੁਰੂ ਕੋਲ ਨੇ। ਮਤਲਬ ਅਸੀਂ ਜੋ ਮੰਗ ਲਈਏ ਉਹ ਗੁਰੂ ਕੋਲ ਹੈ। ਇਹ ਨਹੀਂ ਵੀ ਗੁਰੂ ਆਖੇਗਾ ਮੈਂ ਪਹਿਲੋਂ ਲੈ ਆਵਾਂ ਫਿਰ ਤੈਨੂੰ ਦਿਆਂਗਾ, ਹੈ ਗੁਰੂ ਕੋਲ ਮੌਜੂਦ ਹੈ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਪੂਰਬ ਲਿਖੇ ਪਾਵਣੇ, ਪੂਰਬਲੇ ਕਰਮਾਂ ਦੇ ਅਨੁਸਾਰੀ ਅਸੀਂ ਕੀਤੇ ਹੋਏ ਕਰਮਾਂ ਅਨੁਸਾਰੀ ਅਸੀਂ ਪਾਉਨੇ ਆ, ਪ੍ਰਾਪਤ ਕਰਦੇ ਆ। ਸਾਚ ਨਾਮ ਦੇ ਰਾਸ, ਫਿਰ ਉਹ ਸਾਨੂੰ ਸੱਚੇ ਨਾਮ ਦੀ ਪੂੰਜੀ ਗੁਰੂ ਜੀ ਬਖਸ਼ਦੇ ਨੇ। ਸਤਿਗੁਰ ਸ਼ਰਣੀ ਆਇਆ ਬਾਹੁੜ ਨਹੀਂ ਬਿਨਾਸ਼, ਗੁਰੂ ਕੀ ਸ਼ਰਨ ਵਿੱਚ ਆਇਆ ਮੁੜ ਕੇ ਕਦੇ ਬਿਨਾਸ਼ ਨਹੀਂ ਹੁੰਦਾ। ਹਰ ਨਾਨਕ ਕਦੇ ਨਾ ਵਿਸਰੋ, ਕਹਿੰਦੇ ਮੈਂ ਨਾਨਕ ਕਦੇ ਵੀ ਹਰੀ ਨੂੰ ਨਾ ਵਿਸਰਾਂ, ਨਾ ਭੁੱਲਾਂ, ਕਿਉਂਕਿ ਇਹ ਜੀਓ ਪਿੰਡ ਤੇਰਾ ਸਾਸ। ਰੱਬ ਜੀ ਮੈਂ ਨਾਨਕ ਤੁਹਾਨੂੰ ਕਦੇ ਵੀ ਨਾ ਭੁੱਲਾਂ, ਕਿਉਂਕਿ ਇਹ ਸਾਡੀ ਜਿੰਦ, ਇਹ ਸਾਡਾ ਪਿੰਡ, ਇਹ ਸਾਡੇ ਸਵਾਸ ਜਿਹੜੇ ਅਸੀਂ ਸਾਡੇ ਕਹਿ ਰਹੇ ਹਾਂ ਜਾਂ ਆਪਣੇ ਕਹਿ ਰਹੇ ਹਾਂ, ਇਹ ਵੀ ਤੁਹਾਡੇ ਨੇ। ਇਹ ਜੀਓ, ਜੀਓ ਮਤਲਬ ਜਿੰਦ, ਪਿੰਡ ਮਤਲਬ ਸਰੀਰ, ਤੇਰਾ ਸਾਸ, ਸਾਡਾ ਤੇ ਦਿੱਤਾ ਸਾਹ ਜਿਹੜਾ ਅਸੀਂ ਲੈ ਰਹੇ ਹਾਂ ਇਹ ਦਿੱਤਾ ਹੋਇਆ ਤੇਰਾ ਹੈ, ਤਾਂ ਅਸੀਂ ਲੈ ਰਹੇ ਹਾਂ। ਸਰੀਰ ਸਾਡੇ ਕੋਲ ਤੇਰਾ ਦਿੱਤਾ ਹੈ, ਜਿੰਦ ਦਿੱਤੀ ਹੋਈ ਤੇਰੀ ਹੈ, ਤੇ ਮੈਂ ਨਾਨਕ ਜੀ ਆਪ ਜੀ ਨੂੰ ਕਦੇ ਵੀ ਨਾ ਵਿਸਰਾਂ। ਰੱਬ ਜੀ ਇਹ ਅਰਜ਼ੋਈ ਆਪ ਜੀ ਅੱਗੇ ਹੈ, ਤੇ ਕਿਤੇ ਸਾਨੂੰ ਵੀ ਸਤਿਗੁਰੂ ਜੀ ਕੇ ਦਰਸਾਏ ਇਸ ਸਿਧਾਂਤ ਮੁਤਾਬਕ ਗੁਰੂ ਨਾਲ ਜੁੜਨ ਦੀ ਜਾਚ ਆ ਜਾਏ, ਤੇ ਗੁਰੂ ਕੋਲੋਂ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਬੰਦਗੀ, ਉਹਦਾ ਚਿੰਤਨ ਮੰਗਣ ਦੀ ਜਾਚ ਆ ਜਾਏ, ਤਾਂ ਜੋ ਉਹਨੂੰ ਚੇਤੇ ਕਰਦਿਆਂ ਅਸੀਂ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ, ਔਰ ਸਾਹਿਬ ਅੱਗੇ ਝੋਲੀਆਂ ਅੱਡ ਕੇ ਨਿਤਾ ਪ੍ਰਤੀ ਆਖਦੇ ਰਹੀਏ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਮਨਾ ਕਰਕੇ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਔਰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਮਾਲਕ ਜੀ ਦੇ ਉਪਦੇਸ਼ ਨੂੰ
ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ਼, ਹਰ ਨਾਨਕ ਕਦੇ ਨਾ ਵਿਸਰੋ, ਇਹ ਜਿਉ ਪਿੰਡ ਤੇਰਾ ਸਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।